सतनाम वाहिगुरु साहिब जी। सतनाम वाहिगुरु साहिब जी। दद्दा दाता एक है सबको देवनहार, देंदिया टोट न आवई अगणत भरे भंडार। जो मांगहे ठाकुर अपने ते सोई सोई देवै। नानक दास मुख ते जो बोलै ईहा ऊहा सच होवै। होवै सिफत खसम दी नूर अरसों कुरसों झट्टियै। तुद डिठे सच्चे पातशाह मल जन्म जन्म दी कट्टियै। सतनाम वाहिगुरु साहिब जी। गौड़ी बावन अखरी महला पंजवा। एक ओंकार सतगुर प्रसाद। सलोक वासदेव सर्वत्र मैं ऊन न कतहूँ ठाए। अंतर बाहर संग है नानक काए दुराए। वासदेव सर्वत्र मैं ऊन न कतहूँ ठाए। अंतर बाहर संग है नानक काए दुराए। पौड़ी बावा बैर न करिए काहूँ घट घट अंतर ब्रह्म समाहो। वासदेव जल थल मह रविया गुर प्रसाद बिरलै ही गविया। बैर विरोध मिटे तिह मन ते हर कीर्तन गुरमुख जो सुनते। वर्ण चिन्ह सगले ते रहता नानक हर हर गुरमुख जो कहता। वर्ण चिन्ह सगले ते रहता नानक हर हर गुरमुख जो कहता। वाहिगुरु जी का खालसा वाहिगुरु जी की फतेह। जुगो जुग अटल चवर तख्त दे मालक लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हैं। आओ अमृत वेले की संभाल करते हुए साहिब श्री गुरु ग्रंथ साहिब महाराज जी की पवित्र हजूरी के अंदर हाजरियां भरते हुए साहिब श्री गुरु ग्रंथ साहिब महाराज जी के दर्शन दीदारे करते हुए गुरु की बाणी बाणी की विचार श्रवण करते हुए साहिब श्री गुरु ग्रंथ साहिब महाराज जी को शीश झुकाते हुए गुरु गोबिंद सिंह महाराज जी की बख्शी हुई फतेह बुलंद करिए जी। वाहिगुरु जी का खालसा वाहिगुरु जी की फतेह। साहिब श्री गुरु ग्रंथ साहिब महाराज जी की पवित्र बाणी गौड़ी राग दे अंदर
52 ਅੱਖਰੀ ਦੁਆਰਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਸ਼ਲੋਕ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਸੁਦੇਵ ਸਰਬੱਤਰ ਮੈਂ ਊਨ ਨ ਕਤਹੂੰ ਠਾਏ। ਮਹਾਰਾਜ ਜੀ ਸਮਝਾ ਰਹੇ ਹਨ ਕਿ ਜੋ ਪਰਮੇਸ਼ਰ ਵਾਸੁਦੇਵ ਸਭ ਨੂੰ ਵਾਸਾ ਦੇਣ ਵਾਲਾ, ਬਾਸ ਕੇ ਵਾਸਾ ਦੇਣ ਵਾਲਾ, ਦੇਵ ਪ੍ਰਕਾਸ਼ ਰੂਪ ਤੇ ਸਰਬੱਤਰ ਸਾਰਿਆਂ ਸਥਾਨਾਂ ਵਿੱਚ ਸਮਾਨ ਸਤਾ ਕਰਕੇ ਪੂਰਨ ਹੋ ਰਿਹਾ ਹੈ। ਊਨ ਨਾ ਕਤਹੂੰ ਠਾਏ, ਉਹ ਕਤਹੂੰ ਕਿਸੇ ਵੀ ਥਾਂ ਕਿਸੇ ਵੀ ਜਗ੍ਹਾ ਖਾਲੀ ਨਹੀਂ, ਕਿ ਉਹ ਕਤਹੂੰ ਕਿਸੇ ਵੀ ਠਾਏ ਜਗ੍ਹਾ ਖਾਲੀ ਨਹੀਂ, ਉਸ ਤੋਂ ਬਗੈਰ ਹੋਰ ਕੋਈ ਜਗ੍ਹਾ ਖਾਲੀ ਨਹੀਂ ਜਿੱਥੇ ਉਹ ਪਰਮੇਸ਼ਰ ਨਾਮ ਵਸਦਾ ਹੋਵੇ। ਹਰ ਥਾਂ ਉਹ ਪਰਮੇਸ਼ਰ ਵਸ ਰਿਹਾ ਹੈ। ਅੰਤਰ ਬਾਹਰ ਸੰਗ ਹੈ, ਨਾਨਕ ਕਾਏ ਦੁਰਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਪਰਮੇਸ਼ਰ ਦੇਹ ਦੇ ਅੰਦਰ ਇਸ ਸਰੀਰ ਦੇ ਅੰਦਰ ਤੇ ਬਾਹਰ ਸੰਗ ਨਾਲ ਹੀ ਰਹਿੰਦਾ ਹੈ। ਇਸ ਲਈ ਉਸ ਤੋਂ ਕਾਏ ਕਿਵੇਂ ਕਿਸੇ ਗੱਲ ਦਾ ਦੁਰਾਏ ਛਪਾ ਹੈ, ਭਾਵ ਉਹ ਸਭ ਕੁਝ ਜਾਣਦਾ ਹੈ। ਅੰਤਰ ਬਾਹਰ ਸੰਗ ਹੈ, ਨਾਨਕ ਕਾਏ ਦੁਰਾਏ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹ ਪਰਮੇਸ਼ਰ ਦੇਹ ਦੇ ਅੰਦਰ ਤੇ ਦੇਹ ਦੇ ਨਾਲ ਰਹਿੰਦਾ ਹੈ। ਇਸ ਲਈ ਉਸ ਤੋਂ ਕਾਏ ਕਿਵੇਂ ਕਿਸੇ ਗੱਲ ਦਾ ਦੁਰਾਏ ਛਪਾ ਹੈ, ਭਾਵ ਉਹ ਸਭ ਜੀਵ ਦੀਆਂ ਜਾਣਨ ਵਾਲਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਪੌੜੀ ਦੇ ਅੰਦਰ, ਬਾਵਾ ਵੈਰ ਨ ਕਰੀਐ ਕਾਹੂੰ। ਬਾਵੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਬੈਰ ਨਾ ਕਰੀਏ ਕਾਹੂੰ। ਕਾਹੂੰ ਕਿਸੇ ਨਾਲ ਵੀ ਬੈਰ ਦੁਸ਼ਮਣੀ ਨਾ ਕਰੀਏ, ਕਿਉਂਕਿ ਘਟ ਘਟ ਅੰਤਰ ਬ੍ਰਹਮ ਸਮਾਹੂ। ਕਿਉਂਕਿ ਘਟਾਂ ਘਟਾਂ ਦੇ ਅੰਦਰ, ਹਰੇਕ ਜੀਵਾਂ ਦੇ ਸਰੀਰਾਂ ਦੇ ਅੰਦਰ ਉਹ ਬ੍ਰਹਮ, ਉਹ ਵਿਆਪਕ ਪਰਮੇਸ਼ਰ ਹੀ ਸਮਾਇਆ ਹੋਇਆ ਹੈ। ਫਿਰ ਦੁਸ਼ਮਣੀ ਕਿਹਦੇ ਨਾਲ ਕਰਦੇ ਹਾਂ? ਉਸ ਪਰਮੇਸ਼ਰ ਨਾਲ ਹੀ ਕਰਨ ਲੱਗ ਜਾਂਦੇ ਹਾਂ। ਕਿਉਂਕਿ ਘਟ ਘਟ ਮੈਂ ਹਰਜੂ ਵਸੈ ਸੰਤਨ ਕਰਿਓ ਪੁਕਾਰ, ਕਿ ਉਹ ਪਰਮੇਸ਼ਰ ਹਰੇਕ ਸਰੀਰਾਂ ਦੇ ਵਿੱਚ ਵਸ ਰਿਹਾ ਹੈ। ਬੈਰ ਨਾ ਕਰੀਏ ਕਾਹੂੰ, ਕਿਸੇ ਨਾਲ ਵੀ ਬੈਰ, ਕਿਸੇ ਨਾਲ ਵੀ ਦੁਸ਼ਮਣੀ ਨਾ ਕਰੀਏ। ਕਿਉਂਕਿ ਘਟ ਘਟ ਅੰਤਰ ਬ੍ਰਹਮ ਸਮਾਹੂ, ਕਿ ਘਟਾਂ ਘਟਾਂ ਅੰਦਰ ਉਹ ਬ੍ਰਹਮ ਵਿਆਪਕ ਪਰਮੇਸ਼ਰ ਹੀ ਸਮਾਇਆ ਹੋਇਆ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਸ ਪਰਮੇਸ਼ਰ ਦਾ ਸਰੀਰ ਰੂਪੀ ਦੇਹ ਦੇ ਅੰਦਰ ਵਿਸਰਾਮ ਵਾਸਾ ਹੈ। ਉਸ ਪਰਮੇਸ਼ਰ ਦਾ ਹੀ ਨਾਮ ਜਪਣਾ ਕਰੀਏ। ਵਾਸੁਦੇਵ ਜਲ ਥਲ ਮੈਂ ਰਵਿਆ। ਵਾਸੁਦੇਵ, ਵਾਸ ਜਮਾ ਦੇਵ, ਸਾਰਿਆਂ ਨੂੰ ਵਾਸਾ ਦੇਣ ਵਾਲਾ ਪ੍ਰਕਾਸ਼ ਰੂਪ ਪਰਮੇਸ਼ਰ ਜਲਾਂ ਥਲਾਂ ਵਿੱਚ ਰਵਿਆ, ਰਮਿਆ ਹੋਇਆ ਹੈ, ਭਾਵ ਮਿਲਿਆ ਹੋਇਆ ਹੈ। ਗੁਰ ਪ੍ਰਸਾਦ ਬਿਰਲਾ ਹੀ ਗਵਿਆ, ਕਿ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਿਸੇ ਬਿਰਲੇ ਨੇ ਹੀ ਜਾਣਿਆ ਹੈ ਕਿਰਪਾ ਤੋਂ, ਕਿ ਉਹ ਉਸ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਕਿਸੇ ਬਿਰਲੇ ਨੇ ਹੀ ਜਾਣਿਆ ਹੈ। ਹਰੀ ਵਾਹਿਗੁਰੂ ਦੇ ਸਰੂਪ 'ਚ ਗਮਨ ਕਿਸੇ ਬਿਰਲੇ ਨੇ ਕੀਤਾ ਹੈ, ਕਿ ਉਹ ਪ੍ਰਕਾਸ਼ ਰੂਪ ਪਰਮੇਸ਼ਰ ਜਲਾਂ ਥਲਾਂ ਦੇ ਵਿੱਚ ਰਮਿਆ ਹੋਇਆ ਹੈ, ਮਿਲਿਆ ਹੋਇਆ ਹੈ। ਜਲ ਵਿੱਚ ਜਲਤਾ ਰੂਪ ਤੇ ਥਲ ਵਿੱਚ ਇਸਤਤ ਰੂਪ ਹੋ ਕੇ ਬਸਿਆ ਹੋਇਆ ਹੈ।
ਬੈਰ ਵਿਰੋਧ ਮਿਟੇ ਤਿਹ ਮਨ ਤੇ। ਉਹਨਾਂ ਦੇ ਮਨ ਤੋਂ ਬੈਰ ਅਤੇ ਵਿਰੋਧ, ਦੁਸ਼ਮਣੀ ਅਤੇ ਅਸੰਮਤਾ ਮਿਟ ਜਾਂਦੀ ਹੈ। ਹਰ ਕੀਰਤਨ ਗੁਰਮੁਖ ਜੋ ਸੁਣਤੇ, ਜਿਹੜੇ ਗੁਰਮੁਖ ਗੁਰਾਂ ਦੁਆਰਾ ਹਰੀ ਵਾਹਿਗੁਰੂ ਜੀ ਦੇ ਕੀਰਤਨ ਨੂੰ, ਜਸ ਨੂੰ ਸੁਣਦੇ ਹਨ, ਉਹਨਾਂ ਦੇ ਮਨ 'ਚੋਂ ਦੁਸ਼ਮਣੀ ਅਤੇ ਅਸੰਗਤਾ, ਵਿਰੋਧ ਮਿਟ ਜਾਂਦੇ ਹਨ। ਵਰਨ ਚਿਹਨ ਸਗਲੇ ਤੇ ਰਹਿਤਾ। ਉਹ 4 ਵਰਨਾ ਖੱਤਰੀ, ਬ੍ਰਾਹਮਣ, ਸੂਦ, ਵੈਸ, ਕੰਠੀ ਮਾਲਾ, ਰੁਦਰਾਖੀ, ਚਿਹਨ, ਚਿੰਨਾ ਆਦਿਕ ਸਾਰਿਆਂ ਤੋਂ ਰਹਿਤ ਹੈ। ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਵਰਨ 4 ਵਰਨਾ ਖੱਤਰੀ, ਬ੍ਰਾਹਮਣ, ਸੂਦ, ਵੈਸ, ਕੰਠੀ ਮਾਲਾ, ਰੁਦਰਾਖੀ, ਚਿਹਨ, ਚਿੰਨਾ ਆਦਿਕ ਸਾਰਿਆਂ ਤੋਂ ਰਹਿਤ ਹੈ। ਜੈਸਾ ਕਿ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿੱਤਾ, ਕਿ ਉਹ ਪਰਮੇਸ਼ਰ ਵਰਨਾ ਚਿਹਨਾਂ ਤੋਂ ਬਾਹਰ ਹੈ। ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸਤਿਗੁਰੂ ਜੀ ਸਮਝਾ ਰਹੇ ਹਨ, ਜਿਹੜੇ ਗੁਰਮੁਖ ਬਣ ਕੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਕਹਿਤਾ ਉਚਾਰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਪਰਮੇਸ਼ਰ ਦੇ ਨਾਲ ਹੀ ਮਿਲ ਜਾਂਦੇ ਹਨ, ਇੱਕਮਿਕ ਹੋ ਜਾਂਦੇ ਹਨ। ਸਲੋਕ ਹਉ ਹਉ ਕਰਤ ਬਿਹਾਨੀਆਂ, ਸਾਕਤ ਮੁਗਧ ਅਜਾਨ, ਰੜਕ ਮੂਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ। ਪੌੜੀ ਰਾੜਾ ਰਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜਿਹ ਬਸਿਓ ਰਿਦ ਮਾਹੀ, ਵਾਕੀ ਰਾੜ ਮਿਟਤ ਬਿਨ ਸਾਹੀ। ਰਾੜ ਕਰਤ ਸਾਕਤ ਗਵਾਰਾ, ਜਿਹ ਹੀਐ ਅਹ ਬੁੱਧ ਵਿਕਾਰਾ। ਰਾੜਾ ਗੁਰਮੁਖ ਰਾੜ ਮਿਟਾਈ, ਨਿਮਕ ਮਾਹੇ ਨਾਨਕ ਸਮਝਾਈ। ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਹਉ ਹਉ ਕਰਤ ਬਿਹਾਨੀਆਂ, ਕਿ ਸਾਕਤ ਬੁਰੇ ਭਾਵ ਮਨਮੁਖ ਪੁਰਖ ਅਣਜਾਣ ਪੁਰਸ਼ ਦੀ ਉਮਰ ਹਉ ਹਉ ਮੈਂ ਕਰਦਿਆਂ ਬਿਹਾਨੀਆਂ ਬਤੀਤ ਹੁੰਦੀ ਹੈ। ਹਉ ਹਉ ਕਰਤ ਬਿਹਾਨੀਆਂ, ਸਾਕਤ ਮੁਗਧ ਅਜਾਨ, ਕਿ ਸਾਕਤ ਬੁਰੇ ਭਾਵ ਮਨਮੁਖ, ਮੁਗਧ ਮੂਰਖ, ਅਜਾਨ ਅਣਜਾਣ ਪੁਰਸ਼ ਦੀ ਉਮਰ ਹਉ ਹਉ ਕਰਤ ਬਿਹਾਨੀਆਂ, ਹਉ ਹਉ ਮੈਂ ਕਰਦਿਆਂ ਹੀ ਦੀ ਬਤੀਤ ਹੁੰਦੀ ਹੈ। ਅੜੜਕ ਮੂਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹ ਆਪਣੇ ਪੂਰਬਲੇ ਕਰਮਾਂ ਦੇ ਕਮਾਏ ਅਨੁਸਾਰ ਅੜੜਕ ਹੁੰਦਾ, ਤੜਫ ਕੇ ਮਰ ਗਏ ਹਨ। ਉਹ ਰੜਕ ਰਾੜ ਕੇ ਮਰ ਗਏ ਹਨ। ਜਿਉ ਤਿਰਖਾਵੰਤ, ਜਿਵੇਂ ਤਿਰਖਾਬੰਦ ਪਿਆਸੇ ਪਸ਼ੂ ਆਦਿਕ ਡਿੱਗ ਭਾਵ ਦੁਖੀ ਹੋ ਕੇ ਮਰ ਜਾਂਦੇ ਹਨ। ਕਿ ਮਹਾਰਾਜ ਜੀ ਸਮਝਾ ਰਹੇ ਹਨ, ਉਹ ਆਪਣੇ ਪੂਰਬਲੇ ਕਰਮਾਂ ਦੇ ਕਮਾਏ ਅਨੁਸਾਰ ਰੜਕ ਮੂਏ ਕੇ ਮਰ ਗਏ ਹਨ। ਜਿਨ੍ਹਾਂ ਜੋ ਬੁਰੇ ਭਾਵ ਮਨਮੁਖ, ਮੁਗਧ, ਮੂਰਖ, ਅਜਾਣ ਪੁਰਖ ਹਨ, ਉਹਨਾਂ ਦੀ ਉਮਰ ਫਿਰ ਮੈਂ ਕਰਦਿਆਂ ਹੀ ਬਤੀਤ ਹੁੰਦੀ ਹੈ। ਪੌੜੀ ਰਾੜਾ ਰਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ। ਰਾੜੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਸਾਧ ਸੰਗਤ ਕਰਕੇ ਝਗੜੇ ਵਾਲਾ ਸੁਭਾਅ ਮਿਟ ਜਾਂਦਾ ਹੈ। ਅਸੁਰੀ ਸੰਪਤਾ ਵੀ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਦੈਵੀ ਸੰਪਤਾ ਪ੍ਰਾਪਤ ਕਰਕੇ ਮਿਟ ਜਾਂਦੀ ਹੈ। ਕਿਉਂਕਿ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਸਾਰੇ ਨਿਤ ਨਵਿਤ ਕਰਮਾਂ
ਜਗ ਆਦਿਕ ਧਰਮਾਂ ਦਾ ਸਿਧਾਂਤ ਰੂਪ ਪਰਮੇਸ਼ਰ ਦਾ ਨਾਮ ਅਰਾਧੂ ਅਰਾਧਨ ਲਈ ਮਿਲਦਾ ਹੈ। ਨਾਮ ਦਾ ਅਰਾਧਨਾ ਹੀ ਸਾਰੇ ਕਰਮਾਂ ਧਰਮਾਂ ਦਾ ਤਤ ਸਰਾਸ ਹੈ। ਭਾਵ ਨਾਮ ਜਪਣ ਵਿੱਚ ਸਾਰੇ ਕਰਮ ਧਰਮ ਆ ਜਾਂਦੇ ਹਨ। ਰੂੜੋ ਜਿਹ ਬਸਿਓ ਰਿਦ ਮਾਹੀ, ਕਿ ਰੂੜੋ ਸੁੰਦਰ ਹਰੀ ਵਾਹਿਗੁਰੂ ਦਾ ਜਿਸ ਦੇ ਹਿਰਦੇ ਵਿੱਚ ਬਾਸਾ ਹੋ ਗਿਆ ਹੈ। ਉਆ ਕੀ ਰਾੜ ਮਿਟਤ ਬਿਨਸਾਹੀ, ਕਿ ਉਆ ਉਹਨਾਂ ਦੀ ਨਾਸ ਕਰਨ ਵਾਲੀ ਲੜਾਈ ਮਿਟ ਜਾਂਦੀ ਹੈ। ਜੋ ਸੁੰਦਰ ਹਰੀ ਵਾਹਿਗੁਰੂ ਜੀ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਉਹਨਾਂ ਦਾ ਬਾਸਾ ਹੋ ਜਾਂਦਾ ਹੈ, ਉਹਨਾਂ ਦੀ ਬਿਨਸਾਹੀ ਨਾਸ ਕਰਨ ਵਾਲੀ ਲੜਾਈ ਮਿਟ ਜਾਂਦੀ ਹੈ, ਕਿ ਉਹ ਪਾਪਾਂ ਦੇ ਕਲੰਕ ਤੋਂ ਬਗੈਰ ਹੋ ਗਏ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਰਾੜ ਕਰਤ ਸਾਕਤ ਗਵਾਰਾ, ਜਿਹ ਹੀ ਹੈ ਅਹ ਬੁੱਧ ਵਿਕਾਰਾ। ਉਹ ਸਾਕਤ ਕਠੋਰ ਚਿੱਤ ਵਾਲਾ ਮੂਰਖ ਪੁਰਸ਼ ਝਗੜਾ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਵਿਸ਼ੇ ਵਿਕਾਰ ਪੈਦਾ ਕਰਨ ਵਾਲੀ ਅਹੰ ਬੁੱਧ ਹੰਗਤਾ ਵਾਲੀ ਬੁੱਧੀ ਹੈ। ਉਹ ਸਾਕਤ ਕਠੋਰ ਚਿੱਤ ਵਾਲੇ ਮੂਰਖ ਪੁਰਸ਼ ਝਗੜਾ ਕਰਦੇ ਰਹਿੰਦੇ ਹਨ। ਰਾੜਾ ਗੁਰਮੁਖ ਰਾੜ ਮਿਟਾਈ, ਨਿਮਖ ਮਾਹੇ ਨਾਨਕ ਸਮਝਾਈ। ਰਾੜੇ ਅੱਖਰ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਦੀ ਕਿਰਪਾ ਕਰਕੇ ਗੁਰਮੁਖਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਲੜਾਈ ਮਿਟਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖਾਂ ਨੂੰ ਗੁਰਾਂ ਨੇ ਇੱਕ ਨਿਮਖ ਮਾਹੇ ਨਾਨਕ ਸਮਝਾਏ, ਇੱਕ ਨਿਮਖ ਵਿੱਚ ਤਤ ਸਰੂਪ ਦੀ ਪ੍ਰਾਪਤੀ ਵਾਲੀ ਸਿੱਖਿਆ ਸਮਝਾ ਦਿੱਤੀ ਹੈ। ਉਹਨਾਂ ਨੂੰ ਸਮਝ ਆ ਗਈ ਹੈ ਕਿ ਆਤਮਾ ਪ੍ਰਾਤਮਾ ਏਕੈ ਕਰੋ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ, ਉਹਨਾਂ ਦੀ ਆਤਮਾ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੀ ਹੈ। ਅੰਤਰ ਕੀ ਦੁਬਿਧਾ ਅੰਤਰ ਮਰੈ, ਜਿਹੜੀ ਅੰਦਰ ਦੁਬਿਧਾ ਦੁਚਿੱਤਾਪਣ ਹੁੰਦਾ ਹੈ ਉਹ ਮਰ ਜਾਂਦਾ ਹੈ। ਸਲੋਕ ਸਾਧੂ ਕੀ ਮਨ ਓਟ ਗਹੋ, ਉਕਤ ਸਿਆਣਪ ਤਿਆਗ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ ਸ੍ਰੇਸ਼ਟ ਗੁਰਮੁਖਾਂ ਤੇ ਗੁਰੂਆਂ ਦੀ ਆਪਣੇ ਮਨ ਆਪਣੇ ਹਿਰਦੇ ਵਿੱਚ ਟੇਕ ਗ੍ਰਹਿਣ ਕਰੋ, ਆਸਰਾ ਗ੍ਰਹਿਣ ਕਰੋ, ਅਤੇ ਉਕਤ ਸਿਆਣਪ ਤਿਆਗ, ਅਤੇ ਉਕਤ ਬਚਨਾਂ ਦੀ ਬੋਲਣ ਦੀ ਚਤਰਾਈ ਅਤੇ ਬੁੱਧੀ ਦੀ ਸਿਆਣਪ ਤਿਆਗ ਦੇ ਛੱਡ ਦੇਣਾ ਕਰ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਦੇ ਮਨ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਸਿੱਖਿਆ ਵਸਦੀ ਹੈ, ਉਹਨਾਂ ਦੇ ਮਸਤਕ ਮੱਥੇ ਦੇ ਉੱਤਮ ਭਾਗ ਹਨ। ਹੇ ਭਾਈ ਸਾਧੂ ਸ੍ਰੇਸ਼ਟ ਗੁਰਮੁਖਾਂ ਗੁਰਾਂ ਦੀ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਓਟ ਗ੍ਰਹਿਣ ਕਰੋ, ਅਤੇ ਉਕਤ ਸਿਆਣਪ ਤਿਆਗ, ਉਕਤ ਬਚਨਾਂ ਦੀ ਬੋਲਣ ਦੀ ਚਤਰਾਈ ਅਤੇ ਬੁੱਧੀ ਦੀ ਸਿਆਣਪ ਤਿਆਗ ਦੇ ਛੱਡ ਦੇਣਾ ਕਰੋ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਦੇ ਮਨ ਹਿਰਦੇ ਵਿੱਚ ਸਤਿਗੁਰੂ ਦੀ ਸਿੱਖਿਆ ਵਸਦੀ ਹੈ, ਉਹਨਾਂ ਦੇ ਮਸਤਕ ਮੱਥੇ ਦੇ ਉੱਤਮ ਭਾਗ ਹਨ। ਪੌੜੀ ਸੱਸਾ ਸਰਨ ਭਰੇ ਅਵਹਾਰੇ, ਸ਼ਾਸਤਰ ਸਿਮਰਤ ਵੇਦ ਵਿਚਾਰੇ। ਸੱਸੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਆਪ ਹੁਣ ਅਸੀਂ ਹਾਰ ਕਰਕੇ ਤੁਹਾਡੀ ਸ਼ਰਨ ਤੁਹਾਡੀ ਓਟ ਵਿੱਚ ਪਏ ਹਾਂ। ਸ਼ਾਸਤਰ ਸਿਮਰਤ ਵੇਦ ਵਿਚਾਰੇ, ਕਿ 6 ਸ਼ਾਸਤਰ 27 ਸਿਮਰਤੀਆਂ 4 ਵੇਦ ਵੀ ਤੁਹਾਡੇ ਜਸ ਦਾ ਢੰਡੋਰਾ ਦਿੰਦੇ ਹਨ।
कि हे परमेश्वर असीं हुण हार करके तुहाडी ओट विच पए हां। सोधत सोधत सोध विचारा, बिन हर भजन नहीं छुटकारा। कि छे शास्त्र 27 सिमरतियाँ 4 वेद भी तुहाडे जस ਦਾ ਢੰਡੋਰਾ ਦਿੰਦੇ ਹਨ। ਕਿ ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸ਼ਾਸਤਰਾਂ ਨੂੰ ਸੋਧਤ ਹੁੰਦਾ ਵਿਚਾਰਦਿਆਂ, ਪ੍ਰਾਣਾਂ ਨੂੰ ਵਿਚਾਰਦਿਆਂ, ਸਿਮਰਤੀਆਂ ਨੂੰ ਵਿਚਾਰਦਿਆਂ, ਵੇਦਾਂ ਨੂੰ ਵਿਚਾਰਦਿਆਂ, ਸਰੀਰ ਕਰਕੇ ਵਿਚਾਰਿਆ, ਬਾਣੀ ਕਰਕੇ ਵਿਚਾਰਿਆ, ਮਨ ਕਰਕੇ ਸੋਧਿਆ ਅਤੇ ਸਤ ਸੰਗਤ ਦੁਆਰਾ ਵਿਚਾਰ ਕਰਕੇ ਇਹੋ ਨਿਸ਼ਚਾ ਕੀਤਾ ਹੈ ਕਿ हे ਹਰੀ ਪਰਮੇਸ਼ਰ, ਤੁਹਾਡੇ ਭਜਨ ਤੁਹਾਡੇ ਸਿਮਰਨ ਤੋਂ ਬਗੈਰ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੋ ਸਕਦਾ। ਸਾਸ ਸਾਸ ਹਮ ਭੂਲਣ ਹਾਰੇ। हे ਪਰਮੇਸ਼ਰ, ਅਸੀਂ ਸਵਾਸ ਸਵਾਸ ਭੁੱਲਣ ਵਾਲੇ ਹਾਂ। ਤੁਮ ਸਮਰੱਥ ਅਗੰਤ ਅਪਾਰੇ। ਤੁਸੀਂ ਸਮਰੱਥ, ਸਰਬ ਕਲਾ ਸਮਰੱਥ, ਅਗੰਤ ਗਿਣਤੀ ਤੋਂ ਰਹਿਤ, ਅਪਾਰੇ ਪ੍ਰਕਿਰਤੀ ਪਾਰਾਵਾਰ ਤੋਂ ਰਹਿਤ ਹੋ। ਸਰਨ ਪਰੇ ਕੀ ਰਾਖ ਦਿਆਲਾ। ਹੇ ਦਿਆਲਾ, ਦਇਆ ਦੇ ਘਰ ਪਰਮੇਸ਼ਰ, ਅਸੀਂ ਆਪ ਜੀ ਦੀ ਸਰਨ, ਆਪ ਜੀ ਦੀ ਓਟ ਵਿੱਚ ਪਏ ਹਾਂ। ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਨਾਨਕ ਤੁਮਰੇ ਬਾਲ ਗੋਪਾਲਾ। ਸਤਿਗੁਰੂ ਜੀ ਸਮਝਾ ਰਹੇ ਹਨ ਕਿ हे ਗੋਪਾਲਾ, ਪ੍ਰਿਥਵੀ ਦੇ ਮਾਲਕ ਪਰਮੇਸ਼ਰ, ਅਸੀਂ ਤੁਹਾਡੇ ਬਾਲਕ ਹਾਂ, ਬੱਚੇ ਹਾਂ। ਕਿ ਅਸੀਂ ਤੁਹਾਡੀ ਸ਼ਰਨ ਪਏ ਹਾਂ। ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੇ। ਮਾਤਾ ਪਿਤਾ ਕੰਠ ਲਾਏ ਰਾਖੈ, ਅੰਧ ਸਹਿਜ ਤਾਬ ਖੇਲੈ। ਚੰਚਲ ਮਤ ਬਾਰਕ ਬਪਰੇ ਕੀ, ਕਿ ਬੱਚੇ ਦੀ ਮਤ ਹੁੰਦੀ ਹੈ ਜਿਹੜੀ ਚੰਚਲ ਹੁੰਦੀ ਹੈ। ਇਸ ਚੰਚਲ ਮਤ ਦੇ ਵਿੱਚ ਕਿ ਬੁੱਧੀ ਛੋਟੀ ਹੁੰਦੀ ਹੈ, ਜਿਹੜੀ ਮਤ ਹੁੰਦੀ ਹੈ ਛੋਟੀ ਹੁੰਦੀ ਹੈ। ਸਰਪ ਅਗਨ ਕਰ ਮੇਲੈ, ਕਿ ਇਹ ਸਰਪ ਨੂੰ ਵੀ ਹੱਥ ਪਾ ਲੈਂਦਾ ਹੈ, ਅੱਗ 'ਚ ਵੀ ਹੱਥ ਪਾ ਲੈਂਦਾ ਹੈ। ਮਾਤਾ ਪਿਤਾ ਕੰਠ ਲਾਏ ਰਾਖੈ। हे ਪਰਮੇਸ਼ਰ, ਜਿਵੇਂ ਮਾਤਾ ਪਿਤਾ ਬੱਚੇ ਨੂੰ ਕੰਠ ਦੇ ਨਾਲ ਲਾ ਕੇ ਰੱਖਦੀ ਹੈ। ਆਨੰਦ ਸਹਿਜ ਤਬ ਖੇਲੈ, ਕਿ ਜਦੋਂ ਉਹ ਬੱਚੇ ਦੀ ਮਾਤਾ ਦੀ ਗੋਦ ਵਿੱਚ ਖੇਡਦਾ ਹੈ। ਇਸੇ ਤਰ੍ਹਾਂ ਸਾਡੇ 'ਤੇ ਕਿਰਪਾ ਕਰੋ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਬਾਲਕ ਬੱਚੇ ਦੀ ਨਿਆਈ ਹਾਂ, ਅਣਜਾਣ ਹਾਂ। ਸਾਡੇ 'ਤੇ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਸਲੋਕ ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ, ਉਸਤਤ ਕਰਨੈ ਜੋਗ। ਪੌੜੀ ਖੱਖਾ ਖਰਾ ਸਰਾਹੂੰ ਤਾਹੂੰ, ਜੋ ਖਿਨ ਮੈਂ ਊਨੇ ਸੋ ਪਰ ਭਰਾਹੂੰ। ਖਰਾ ਨਿਵਾਨਾ ਹੋਤ ਪਰਾਨੀ, ਆਂਦਨ ਜਾਪੈ ਪ੍ਰਭ ਨਿਰਵਾਨੀ। ਭਾਵੈ ਖਸਮ ਤਾਂ ਉਆ ਸੁਖ ਦੇਤਾ, ਪਾਰ ਬ੍ਰਹਮ ਐਸੋ ਆਗਨਤਾ। ਅਸੰਖ ਖੱਤੇ ਖਿਨ ਬਖਸ਼ਨ ਹਾਰਾ, ਨਾਨਕ ਸਾਹਿਬ ਸਦਾ ਦਿਆਰਾ। ਮਹਾਰਾਜ ਜੀ ਸ਼ਲੋਕ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਖੁਦੀ ਮਿਟੀ ਤਬ ਸੁਖ ਭਏ। ਜਿਸ ਵਕਤ ਖੁਦੀ ਖੁਦ ਪਸੰਦੀ ਭਾਵ ਹੰਗਤਾ ਮਿਟ ਗਈ, ਤਦੋਂ ਸਾਰੇ ਸੁੱਖ ਪ੍ਰਾਪਤ ਹੋਏ ਹਨ। ਖੁਦੀ ਮਿਟੀ ਤਬ ਸੁਖ ਭਏ। ਜਿਸ ਵਕਤ ਖੁਦੀ ਖੁਦ ਪਸੰਦੀ, ਜੋ ਮਨ ਨੂੰ ਪਸੰਦ ਆਉਂਦਾ ਸੀ ਤੇ ਭਾਵ ਹੰਗਤਾ ਸੀ, ਜਿਹੜੀ ਹੰਕਾਰ ਸੀ, ਉਹ ਮਿਟ ਗਿਆ। ਤਾਬ ਸੁਖ ਭਏ, ਤਾਬ ਤਦੋਂ ਸਾਰੇ ਸੁੱਖ ਪ੍ਰਾਪਤ ਹੋ ਗਏ ਹਨ। ਮਨ ਤਨ ਭਏ ਅਰੋਗ। ਮਨ ਹਿਰਦੇ ਦੇ ਫੁਰਨੇ ਅਤੇ ਤਨ ਸਰੀਰ ਵਿਕਾਰਾਂ ਵੱਲੋਂ ਅਰੋਗ, ਰੋਗ ਤੋਂ ਰਹਿਤ
ਹੋਏ ਹਨ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸਤਤ ਵਡਿਆਈ ਕਰਨੇ ਲਾਇਕ ਪਰਮੇਸ਼ਰ ਹੁਣ ਸਾਡੀ ਦ੍ਰਿਸ਼ਟੀ, ਸਾਡੀ ਨਜ਼ਰ ਵਿੱਚ ਆਇਆ ਹੈ। ਹੁਣ ਉਹ ਪਰਮੇਸ਼ਰ ਦ੍ਰਿਸ਼ਟੀ 'ਚ ਆਇਆ ਹੈ, ਦੇਖਣ 'ਚ ਆਇਆ ਹੈ, ਜੋ ਸਭ ਬ੍ਰਹਮਾ ਵਿਸ਼ਨੂੰ ਆਦਿਕ ਦੇ ਉਸਤਤ ਆਦਿਕ ਦੇ ਜਸ ਕਰਨੇ ਯੋਗ ਹੈ। ਹੋਰ ਕਿਸੇ ਦੀ ਕੀ ਸਿਫਤ ਕਰਨੀ ਹੈ। ਇਸ ਲਈ ਇੱਕ ਵਾਹਿਗੁਰੂ ਦੀ ਹੀ ਸਿਫਤ ਕਰੀਏ ਕਿ ਉਹ ਪਰਮੇਸ਼ਰ ਹੀ ਸਿਫਤ ਕਰਨ ਦੇ ਲਾਇਕ ਹੈ, ਕਿ ਉਸ ਦੀ ਸਿਫਤ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਸਾਰੇ ਕਰਦੇ ਹਨ, ਕਿ ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰੀਏ। ਪੌੜੀ ਖੱਖਾ ਖਰਾ ਸਰਾਹੂੰ ਤਾਹੂੰ, ਕਿ ਖੱਖੇ ਅੱਖਰ ਦੁਆਰਾ ਕਥਨ ਕਰਦੇ ਹਨ। ਉਸ ਹਰੀ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਸਲਾਹੁਣਾ ਕਰੋ, ਜਿਹੜਾ ਪਰਮੇਸ਼ਰ ਜੋ ਖਿਨ ਮੈਂ ਊਨੇ ਸੋ ਭਰ ਭਰਾਹੂੰ, ਜਿਹੜਾ ਪਰਮੇਸ਼ਰ ਇੱਕ ਖਿਨ ਇੱਕ ਛਿਨ ਵਿੱਚ ਊਣੇ ਭਾਵ ਖਾਲੀ ਹਿਰਦਿਆਂ ਨੂੰ ਸ਼ੁਭ ਗੁਣਾਂ ਨਾਲ ਲਵਾ ਲਵ ਭਰ ਦਿੰਦਾ ਹੈ, ਕਿ ਉਸ ਹਰੀ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਸਲਾਹੁਣਾ ਕਰੋ, ਜਿਹੜਾ ਪਰਮੇਸ਼ਰ ਇੱਕ ਖਿਨ ਵਿੱਚ ਖਾਲੀ ਹਿਰਦਿਆਂ ਨੂੰ ਲਵਾ ਲਵ ਭਰ ਦਿੰਦਾ ਹੈ। ਖਰਾ ਨਵਾਨਾ ਹੋਤ ਪ੍ਰਾਨੀ, ਕਿ ਜੋ ਪ੍ਰਾਣੀ ਜੀਵ ਜੇ ਹੇ ਪ੍ਰਾਣੀ ਹੈ ਜੀਵ, ਜੇਕਰ ਤੂੰ ਖਰਾ ਹੁੰਦਾ ਅਤਿਅੰਤ ਨਿਮਾਣਾ ਮਾਣ ਤੋਂ ਰਹਿਤ ਭਾਵ ਨਿਮਰਤਾ ਵਾਲਾ ਹੋ ਜਾਵੇਂ, ਅਤੇ ਆਨੰਦਿਨ ਜਾਪੈ ਪ੍ਰਭ ਨਿਰਵਾਣੀ, ਅਤੇ ਨਿਰਵਾਣੀ ਬੰਧਨਾਂ ਤੋਂ ਰਹਿਤ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਆਨ ਦਿਨ ਰਾਤ ਜਪਣਾ ਕਰੇ। ਭਾਵੈ ਖਸਮ ਤਾਂ ਉਆ ਸੁਖ ਦੇਤਾ, ਜਦ ਤੂੰ ਖਸਮ ਮਾਲਕ ਪ੍ਰਭੂ ਨੂੰ ਭਾ ਗਿਆ, ਚੰਗਾ ਲੱਗਿਆ, ਨਾਮ ਜਪਦਾ, ਉਸ ਦੀ ਵਡਿਆਈ ਕਰਦਾ, ਤਾਂ ਸੁਖ ਦੇਤਾ, ਤਾਂ ਉਹ ਤੈਨੂੰ ਬ੍ਰਹਮਾਨੰਦ ਰੂਪੀ ਸੁਖ ਦੇਣਾ ਕਰੇਗਾ, ਬ੍ਰਹਮ ਗਿਆਨ ਦਾ ਆਨੰਦ ਦੇਣਾ ਕਰੇਗਾ। ਪਾਰ ਬ੍ਰਹਮ ਐਸੋ ਅਗਨਤਾ, ਉਹ ਪਾਰ ਬ੍ਰਹਮ ਹਰੀ ਪਰਮੇਸ਼ਰ ਅਜਿਹਾ ਅਗਨਤਾ ਬੇਅੰਤ ਹੈ, ਕਿ ਜਦ ਤੋਂ ਮਾਲਕ ਪਰਮੇਸ਼ਰ ਨੂੰ ਚੰਗਾ ਲੱਗਿਆ, ਭਾ ਗਿਆ, ਉਹ ਤੈਨੂੰ ਬ੍ਰਹਮਾਨੰਦ ਰੂਪੀ ਸੁਖ ਦੇਣਾ ਕਰੇਗਾ। ਅਸੰਖ ਖੱਤੇ ਖਿਨ ਬਖਸ਼ਣ ਹਾਰਾ, ਜੋ ਅਸੰਖ ਅਣਗਿਣਤ ਖੱਤੇ ਹੁੰਦਾ ਗੁਨਾਹਾਂ ਨੂੰ ਇੱਕ ਖਿਨ ਵਿੱਚ ਬਖਸ਼ਣ ਹਾਰਾ ਹੈ। ਨਾਨਕ ਸਾਹਿਬ ਸਦਾ ਦਿਆਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰਾ ਸਾਹਿਬ ਮਾਲਕ ਤਾਂ ਹਮੇਸ਼ਾ ਹੀ ਦਿਆਰਾ, ਦਿਆਲਤਾ ਦਾ ਘਰ ਹੈ। ਸਲੋਕ ਸਤ ਕਹੋ ਸੁਨ ਮਨ ਮੇਰੇ, ਸਰਨ ਪਰੋ ਹਰ ਰਾਏ, ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ। ਪੌੜੀ ਸੱਸਾ ਸਿਆਣਪ ਸਾੜ ਇਆਣਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ, ਸਹਿਸ ਭਾਂਤ ਕਰਹਿ ਚਤਰਾਈ, ਸੰਗ ਤੁਹਾਰੈ ਏਕ ਨ ਜਾਈ, ਸੋ ਸੋ ਜਪ ਦਿਨ ਰਾਤੀ, ਰੇ ਜੀ ਚੱਲੈ ਤੁਮਾਰੈ ਸਾਥੀ। ਸਾਧ ਸੇਵਾ ਲਾਵਹਿ ਜੇ ਆਪੈ, ਨਾਨਕ ਤਾਂ ਕੋ ਦੁਖ ਨਾ ਵਿਆਪੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਸਤ ਕਹੋ ਸੁਨ ਮਨ ਮੇਰੇ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਸੁਣ ਸਰਾਵਣ ਕਰ, ਸੁਣਨਾ ਕਰ, ਅਸੀਂ ਤੇਰੇ ਤਾਈਂ ਸਤ ਕਹੋ, ਸੱਚਾ ਉਪਦੇਸ਼ ਕਹਿੰਦੇ ਹਾਂ। ਸਤ ਕਹੋ ਸੋਨ ਮਨ ਮੇਰੇ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਸੁਣ, ਅਸੀਂ ਤੇਰੇ ਤਾਈਂ ਸੱਚਾ ਉਪਦੇਸ਼ ਕਹਿੰਦੇ ਹਾਂ। ਸਰਨ ਪਰੋ ਹਰ ਰਾਏ, ਕਿ ਹਰ ਰਾਏ ਹਰੀ ਪ੍ਰਕਾਸ਼ ਰੂਪ ਰਾਜਾ ਵਾਹਿਗੁਰੂ ਦੀ ਸ਼ਰਨ ਦੇ ਵਿੱਚ, ਓਟ ਦੇ ਵਿੱਚ ਪੈਣਾ ਕਰ। ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ,
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਬਚਨਾਂ ਦੀ ਉਕਤ, ਬੋਲਣ ਦੀਆਂ ਜਿਹੜੀਆਂ ਦਲੀਲਾਂ, ਬੁੱਧੀ ਦੀਆਂ ਸਿਆਣਪਾਂ, ਚਤਰਾਈਆਂ ਆਦਿਕ ਸਭ ਤਿਆਗ ਦੇ, ਸਭ ਛੱਡ ਦੇਣਾ ਕਰ। ਉਕਤ ਸਿਆਣਪ ਸਗਲ ਤਿਆਗ, ਕਿ ਬਚਨਾਂ ਦੀਆਂ ਉਕਤ ਦਲੀਲਾਂ, ਬੁੱਧੀ ਦੀਆਂ ਸਿਆਣਪਾਂ, ਚਤਰਾਈਆਂ ਆਦਿਕ ਸਭ ਤਿਆਗ ਦੇ, ਛੱਡ ਦੇਣਾ ਕਰ। ਫਿਰ ਤੈਨੂੰ ਹਰੀ ਵਾਹਿਗੁਰੂ ਆਪਣੇ ਵਿੱਚ ਸਮਾ ਲਏਗਾ, ਅਭੇਦ ਕਰ ਲਏਗਾ, ਭਾਵ ਮੇਲ ਲਏਗਾ। ਪੌੜੀ ਦੇ ਵਿੱਚ ਮਹਾਰਾਜ ਜੀ ਸੱਸੇ ਅੱਖਰ ਦੁਆਰਾ ਕਥਨ ਕਰਦੇ ਹਨ। ਸੱਸਾ ਸਿਆਣ ਪਸਾੜ ਇਆਣਾ, ਸੱਸੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਹੇ ਇਆਣਾ ਮੂਰਖ ਜੀਵ, ਚਤਰਾਈ ਨੂੰ ਛੱਡ ਦੇਣਾ ਕਰ। ਹਿਕਮਤ ਹੁਕਮ ਨਾ ਪ੍ਰਭ ਪਤਿਆਨਾ, ਕਿ ਹਿਕਮਤ ਚਤਰਾਈ ਅਤੇ ਹੁਕਮ ਆਦੇਸ਼ ਕਰਨੇ ਕਰਕੇ ਉਹ ਪ੍ਰਭੂ, ਉਹ ਹਰੀ ਵਾਹਿਗੁਰੂ ਜੀ ਪਤੀਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ। ਸਹਿਸ ਭਾਤ ਕਰਹਿ ਚਤਰਾਈ, ਜੋ ਸਹਿਸ ਹਜ਼ਾਰ ਪ੍ਰਕਾਰ ਦੀਆਂ ਪੁਸਤਕਾਂ ਪੜ੍ਹ ਕੇ ਚਤਰਾਈ ਸਿਆਣਪ ਕਰਦਾ ਹੈ। ਸੰਗ ਤੁਹਾਰਾ ਏਕ ਨ ਜਾਈ, ਅੰਤ ਨੂੰ ਉਹਨਾਂ ਵਿੱਚੋਂ ਤੇਰੇ ਸੰਗ ਤੇਰੇ ਨਾਲ ਇੱਕ ਨੇ ਵੀ ਨਹੀਂ ਜਾਣਾ। ਸਹਿਸ ਭਾਂਤ ਕਰਹਿ ਚਤਰਾਈ, ਜੋ ਹਜ਼ਾਰਾਂ ਹੀ ਪੁਸਤਕਾਂ ਪੜ੍ਹ ਕੇ ਚਤਰਾਈਆਂ ਕਰਦਾ ਹੈ, ਸਿਆਣਪਾਂ ਕਰਦਾ ਹੈ, ਅੰਤ ਨੂੰ ਉਹਨਾਂ ਵਿੱਚੋਂ ਤੇਰੇ ਨਾਲ ਇੱਕ ਨੇ ਵੀ ਨਹੀਂ ਜਾਣਾ। ਸੋ ਸੋ ਜਪ ਦਿਨ ਰਾਤੀ, ਉਸ ਪਰਮੇਸ਼ਰ ਨੂੰ ਮਨ ਕਰਕੇ, ਉਸ ਪਰਮੇਸ਼ਰ ਨੂੰ ਤਨ ਕਰਕੇ ਦਿਨ ਰਾਤੀ, ਦਿਨ ਦਿਵਸ ਰਹਿਣ ਜਪਣਾ ਕਰ, ਦਿਨ ਰਾਤ ਜਪਣਾ ਕਰ। ਉਹ ਅਕਾਲ ਪੁਰਖ ਜੋ ਮਾਤਾ ਦੇ ਗਰਭ ਵਿੱਚ ਪਾਲਣਾ ਕਰਨ ਵਾਲਾ ਹੈ ਅਤੇ ਹੁਣ ਜੋ ਪਰੋਖ ਹੋ ਕੇ ਪਾਲਣਾ ਕਰਦਾ ਹੈ, ਉਸੇ ਵਾਹਿਗੁਰੂ ਦੇ ਜਾਪ ਨੂੰ ਦਿਨ ਰਾਤੀ, ਦਿਨ ਰਾਤ ਜਪਣਾ ਕਰ। ਭਾਵ ਫਿਰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਜਾਵੇਗਾ। ਰੇ ਜੀ ਚੱਲੈ ਤੁਹਾਰੈ ਸਾਥੀ, ਰੇ ਹੇ ਜੀਵ ਪਰਲੋਕ ਵਿੱਚ ਕੀਤਾ ਸਿਮਰਨ ਤੁਹਾਡੇ ਨਾਲ, ਤੁਹਾਡੇ ਸੰਗੀ ਹੋ ਕੇ ਚੱਲੇਗਾ। ਕਿ ਜੋ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਨਾਮ ਪਰਲੋਕ ਦੇ ਵਿੱਚ ਤੇਰਾ ਸਾਥੀ ਹੋ ਕੇ ਚੱਲੇਗਾ। ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਸਾਧ ਸੇਵਾ ਲਾਵੈ ਜਿਹ ਆਪੈ, ਜਿਨ੍ਹਾਂ ਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਸ੍ਰੇਸ਼ਟ ਜਨਾਂ ਦੀ ਟਹਿਲ ਵਿੱਚ ਲਾਉਂਦਾ ਹੈ, ਨਾਨਕ ਤਾਂ ਕੋ ਦੁਖ ਨਾ ਵਿਆਪੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹਨਾਂ ਨੂੰ ਜੰਮਣ ਮਰਨ ਰੂਪੀ ਦੁੱਖ ਨਹੀਂ ਲੱਗਦਾ। ਸਲੋਕ ਹਰ ਹਰ ਮੁਖ ਤੇ ਬੋਲਣਾ, ਮਨ ਬੂਠੈ ਸੁਖ ਹੋਏ। ਨਾਨਕ ਸਭ ਮੈਂ ਰਵ ਰਹਿਆ, ਥਾਨ ਥਨੰਤਰ ਹੋ ਸੋਏ। ਮਹਾਰਾਜ ਜੀ ਸਮਝਾ ਰਹੇ ਹਨ ਸਲੋਕ ਦੇ ਅੰਦਰ, ਹਰ ਹਰ ਮੁਖ ਤੇ ਬੋਲਣਾ। ਹਰ ਹੁੰਦਾ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਮੁਖ ਤੋਂ, ਮੂੰਹ ਤੋਂ ਬੋਲਣਾ ਕਰ, ਉਚਾਰਨ ਕਰਨਾ ਕਰ। ਅਤੇ ਮਨ ਬੂਠੈ ਸੁਖ ਹੋਏ, ਅਤੇ ਮਨ ਹਿਰਦਾ ਤੇ ਹਿਰਦੇ ਵਿੱਚ ਨਾਮ ਨੂੰ ਬੂਠੈ ਬਸਾਉਣਾ ਕਰਕੇ ਆਤਮਾ ਆਨੰਦ ਦੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜੈਸਾ ਕਿ ਮੁਖੋਂ ਹਰ ਹਰ ਸਭ ਕੋ ਕਹੈ, ਬਿਰਲੇ ਹਿਰਦੈ ਬਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਕਿ ਮੁਖੋਂ ਹਰ ਹਰ ਸਭ ਕੋ ਕਹੈ, ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਭ ਕੋਈ ਕਰਦਾ ਹੈ। ਬਿਰਲੇ ਹਿਰਦੈ ਵਸਾਇਆ, ਕਿ ਹਿਰਦੇ ਦੇ ਵਿੱਚ ਕਿਸੇ ਬਿਰਲੇ ਨੇ ਹੀ ਵਸਾਇਆ ਹੈ। ਨਾਨਕ ਜਿਨ ਕੈ ਹਿਰਦੈ ਵਸਿਆ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਮੋਖ ਮੁਕਤ ਤਿਨ ਪਾਇਆ, ਉਹਨਾਂ ਨੇ ਮੁਕਤੀ ਦਾ ਦਰਵਾਜ਼ਾ ਪਾ ਲਿਆ ਹੈ, ਉਹ ਮੁਕਤ ਹੋ ਜਾਂਦੇ ਹਨ। ਨਾਨਕ ਸਭ ਮੈਂ ਰਵ ਰਹਿਆ,
ਥਾਨ ਥਨੰਤਰ ਸੋਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਸਾਰਿਆਂ ਵਿੱਚ ਹਰੀ ਵਾਹਿਗੁਰੂ ਰੱਬ ਰਹਿਆ ਵਿਆਪਕ ਹੋ ਰਿਹਾ ਹੈ। ਥਾਨ ਥਨੰਤਰ ਸੋਏ, ਅਤੇ ਸਾਰੇ ਥਾਵਾਂ ਤੇ ਥਨੰਤਰ ਥਾਵਾਂ ਦੇ ਅੰਦਰ ਉਹ ਵਾਹਿਗੁਰੂ ਆਪ ਹੀ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਜਪੀਏ, ਜੇ ਹਿਰਦੇ ਦੇ ਵਿੱਚ ਵਸ ਜਾਏ ਤਾਂ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸ਼ਲੋਕ ਦੇ ਵਿੱਚ ਸਮਝਾਉਣਾ ਕੀਤਾ ਹੈ। ਪੌੜੀ ਦਾ ਵਿਚਾਰ ਕਰਕੇ ਉਸ ਤੋਂ ਬਾਅਦ ਸਮਾਪਤੀ। ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ। ਸਗਲ ਸਾਰਿਆਂ ਦੇ ਘਟ ਘਟ ਘਟਾਂ ਘਟਾਂ ਦੇ ਵਿੱਚ, ਸਾਰਿਆਂ ਦੇ ਹਿਰਦਿਆਂ ਵਿੱਚ ਵਿਚਾਰੂਪੀ ਦ੍ਰਿਸ਼ਟੀ ਨਾਲ ਵੇਖਣਾ ਕਰੋ ਕਿ ਵੇਖਣਾ ਕਰੋ ਉਹ ਭਗਵਾਨ, ਉਹ ਪਰਮੇਸ਼ਰ ਪੂਰਨ ਵਿਆਪਕ ਹੋ ਰਿਹਾ ਹੈ, ਵਸ ਰਿਹਾ ਹੈ। ਹੇਰੋ ਘਟ ਘਟ ਸਗਲ ਕੈ, ਕਿ ਸਗਲ ਸਾਰਿਆਂ ਦੇ ਘਟ ਘਟ ਘਟਾਂ ਘਟਾਂ ਵਿੱਚ ਵਿਚਾਰੂਪੀ ਦ੍ਰਿਸ਼ਟੀ ਨਾਲ ਹੇਰੋ ਵੇਖਣਾ ਕਰੋ। ਪੂਰ ਰਹੇ ਭਗਵਾਨ, ਉਹ ਪਰਮੇਸ਼ਰ ਪੂਰਨ ਵਿਆਪਕ ਹੋ ਰਿਹਾ ਹੈ। ਮਹਾਰਾਜ ਜੀ ਕਹਿਣ ਲੱਗੇ ਮੈਂ ਪਰਮੇਸ਼ਰ ਜੀ ਨੂੰ ਸਾਰੇ ਘਟਾਂ ਘਟਾਂ ਵਿੱਚ ਪੂਰਨ ਹੋ ਰਹੇ ਵੇਖ ਰਿਹਾ ਹਾਂ। ਹੋਵਤ ਆਏ ਸਾਧ ਸਦੀਵ, ਦੁੱਖ ਭੰਜਨ ਗੁਰ ਗਿਆਨ। ਜੋ ਪਰਮੇਸ਼ਰ ਅੱਗੇ ਨੂੰ ਹਮੇਸ਼ਾ ਹੋਣ ਵਾਲਾ ਹੈ, ਅੱਗੇ ਨੂੰ ਸਦੀਵ ਹਮੇਸ਼ਾ ਹੋਵਤ ਹੋਣ ਵਾਲਾ ਹੈ, ਪਿੱਛੇ ਹੁੰਦੇ ਆਏ ਹਨ ਤੇ ਵਰਤਮਾਨ ਵਿੱਚ ਵੀ ਸਦਾ ਹੀ ਰਹੇਗਾ। ਉਸ ਦੁੱਖ ਭੰਜਨ, ਦੁੱਖ ਦੇ ਨਾਸ ਕਰਨ ਵਾਲੇ ਪਰਮੇਸ਼ਰ ਸਰੂਪ ਦਾ ਗੁਰਾਂ ਦੁਆਰਾ ਗਿਆਨ ਹੁੰਦਾ ਹੈ। ਜਦੋਂ ਪਰੋਖ ਗਿਆਨ ਹੁੰਦਾ ਹੈ ਉਦੋਂ ਸਾਰੇ ਅਗਿਆਨ ਰੂਪੀ ਬਿਰਤੀ ਆਦਿਕ ਜਿੰਨੇ ਦੁੱਖ ਹਨ ਉਹ ਚੇਤਨ ਸਾਖਿਆਤ ਹੋ ਕੇ ਭੰਨ ਦਿੰਦਾ ਹੈ। ਹਉ ਛੁਟਕੈ ਹੋਏ ਆਨੰਦ ਤੇ, ਹਉ ਨਾਹੀ ਤਹ ਆਪ। ਜਿਸ ਪੁਰਸ਼ ਦੇ ਅੰਦਰ ਦੇਹ ਅਧਿਆਸ ਕਾਰਨ ਸੂਖਮ ਸਥੂਲ ਦੀ ਹੰਗਤਾ ਮਿਟ ਜਾਵੇ, ਉਸ ਨੂੰ ਆਨੰਦ ਸਰੂਪ ਦੀ ਸਖਿਆਤਤਾ ਹੋ ਜਾਂਦੀ ਹੈ। ਜਿੱਥੇ ਹੰਗਤਾ ਨਹੀਂ ਹੈ ਉੱਥੇ ਆਪ ਪਰਮੇਸ਼ਰ ਵਸਦਾ ਹੈ, ਸਖਿਆਤ ਹੁੰਦਾ ਹੈ। ਹੱਤੇ ਦੁੱਖ ਜਨਮ ਹੈ ਮਰਨ, ਸੰਤ ਸੰਗ ਪ੍ਰਤਾਪ। ਸੰਤ ਸੰਗ, ਸੰਤਾਂ ਦੀ ਸੰਗਤ, ਗੁਰੂ ਦੀ ਸੰਗਤ ਦੇ ਪ੍ਰਤਾਪ ਕਰਕੇ, ਵਿਸ਼ੇਸ਼ ਕਰਕੇ ਆਦਿ ਵਿਆਧੀ ਉਪਾਧੀ ਆਦ ਤਾਪ ਤੇ ਜੰਮਣ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ। ਹਿਤ ਕਰ ਨਾਮ ਦ੍ਰਿੜੈ ਦਇਆਲਾ, ਸੰਤੈ ਸੰਗ ਹੋਤ ਕਿਰਪਾਲਾ। ਜੋ ਹਿਤ ਪ੍ਰੇਮ ਕਰਕੇ ਦਿਆਲਾ, ਦਇਆ ਦਾ ਘਰ ਹਰੀ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਦੇ ਹਨ, ਪੱਕਾ ਕਰਦੇ ਹਨ, ਉਹਨਾਂ ਸੰਤਾਂ ਸੰਗ, ਉਹਨਾਂ ਸਤ ਸੰਗਤ ਕਰਨ ਵਾਲਿਆਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਵਾਹਿਗੁਰੂ ਕਿਰਪਾਲੂ ਹੁੰਦੇ ਹਨ। ਉਰੈ ਕਛ ਨਾ ਕਿਨਹੂ ਕੀਆ, ਨਾਨਕ ਸਭ ਕਸ ਪ੍ਰਭ ਤੇ ਹੁਆ। ਉਰੈ ਕਛੂ ਨਾ ਕਿਨਹੂ ਕੀਆ, ਪਰਮੇਸ਼ਰ ਤੋਂ ਬਿਨਾਂ ਉਰੈ ਹੋਰ ਕਿਨਹੂ ਕਿਸੇ ਨੇ ਕਛੂ ਕੁਝ ਵੀ ਨਹੀਂ ਕੀਤਾ, ਕਿ ਉਰਿਓ ਆਪਣੇ ਵੱਲੋਂ ਅਲਪਗਤਾ ਵਾਲੇ ਜੀਵਾਂ ਨੇ ਕੁਝ ਨਹੀਂ ਕੀਤਾ। ਨਾਨਕ ਸਭ ਕਸ ਪ੍ਰਭ ਤੇ ਹੁਆ। ਸਤਿਗੁਰੂ ਜੀ ਕਥਨ ਕਰਦੇ ਹਨ ਸਾਰਾ ਕੁਝ ਹਰੀ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਹੀ ਹੋਇਆ ਹੈ। ਭਾਵ ਉਪਾਸਕਾਂ ਦੀ ਦ੍ਰਿਸ਼ਟੀ ਹੈ ਕਿ ਸਭ ਕੁਝ ਵਾਹਿਗੁਰੂ ਵੱਲੋਂ ਹੀ ਹੋਇਆ ਹੈ।
ਉਹ ਸ਼ੇਰ ਵਾਲੀ ਬਿਰਤੀ ਰੱਖਦੇ ਹਨ। ਇਹ ਦੋ ਤਰ੍ਹਾਂ ਦੀ ਹੈ ਬਿਰਤੀ, ਸ਼ੇਰ ਦ੍ਰਿਸ਼ਟੀ ਤੇ ਕੂਕਰ ਦ੍ਰਿਸ਼ਟੀ। ਸ਼ੇਰ ਦੇ ਸ਼ਾਸਤਰ ਦਾ ਵਾਰ ਕਰੀਏ, ਉਹ ਸ਼ਾਸਤਰ ਤੇ ਨਹੀਂ ਬਲਕਿ ਵਾਰ ਕਰਨ ਵਾਲੇ ਹਥਿਆਰ ਵੱਲ ਦ੍ਰਿਸ਼ਟੀ ਰੱਖਦਾ ਹੈ, ਨਿਗਾਹ ਰੱਖਦਾ ਹੈ। ਦੂਜਾ ਕੁੱਤਾ ਦ੍ਰਿਸ਼ਟੀ, ਕੁੱਤੇ ਦੇ ਸੋਟੀ ਮਾਰੀਏ ਤਾਂ ਉਹ ਸੋਟੀ ਨੂੰ ਮੂੰਹ ਵਿੱਚ ਪਕੜਦਾ ਹੈ। ਇਉਂ ਉਪਾਸਕ ਸ਼ੇਰ ਵਾਲੀ ਦ੍ਰਿਸ਼ਟੀ ਰੱਖਦੇ ਹਨ ਕਿ ਸਭ ਕੁਝ ਉੱਥੋਂ ਹੀ ਪ੍ਰਾਪਤ ਹੁੰਦਾ ਹੈ। ਦੂਸਰੇ ਲੋਕ ਪਦਾਰਥਾਂ 'ਤੇ ਹੀ ਨਿਗਾਹ ਰੱਖਦੇ ਹਨ, ਇਸ ਲਈ ਉਹਨਾਂ ਦੀ ਕੂਕਰ ਦ੍ਰਿਸ਼ਟੀ ਹੁੰਦੀ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੇ ਕੁਝ ਵੀ ਨਹੀਂ ਕੀਤਾ, ਉਹ ਆਪ ਹੀ ਪਰਮੇਸ਼ਰ ਸਭ ਕੁਝ ਕਰਨ ਕਰਾਉਣ ਵਾਲੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਪੌੜੀ ਦੇ ਅੰਦਰ ਸਮਝਾਉਣਾ ਕੀਤਾ ਹੈ ਕਿ ਸੰਸਾਰੀ ਜੀਵਾਂ ਦੀ ਦ੍ਰਿਸ਼ਟੀ ਹੈ ਜਿਹੜੀ ਕੂਕਰ ਵਾਲੀ ਬਣ ਜਾਂਦੀ ਹੈ। ਜਿਹੜੇ ਨਾਮ ਛੱਡ ਕੇ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ ਖਚਿਤ ਹੋ ਜਾਂਦੇ ਹਨ, ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਸ਼ੇਰ ਵਾਲੀ ਬਿਰਤੀ ਹੋ ਜਾਂਦੀ ਹੈ। ਉਹਨਾਂ ਦੀ ਨਿਗਾਹ ਪਰਮੇਸ਼ਰ ਵੱਲ ਹੀ ਹੁੰਦੀ ਹੈ, ਪਦਾਰਥਾਂ ਵੱਲ ਨਹੀਂ ਹੁੰਦੀ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਬਾਣੀ ਪੜ੍ਹਦਿਆਂ ਤੋਂ ਵਿਚਾਰ